ਆਪੀ ਤੁਹਾਨੂੰ ਐਜ਼ ਆ ਮਜ਼ਦੂਰ ਉਤਰਨਾ ਪੈਣਾ ਫੀਲਡ 'ਚ। ਇਹਦੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇੱਕ ਘਿਓ ਦੀ ਮਿਲ ਏ ਜਾਂ ਕੋਈ ਸ਼ੂਗਰ ਮਿਲ ਏ, ਕੱਪੜੇ ਦੀ ਮਿਲ ਏ। ਬੱਕਰੀ ਫਾਰਮਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੁਨਾਫੇ ਵਾਲਾ ਕੰਮ ਹੈ ਨਾ, ਉਹ ਤੁਹਾਨੂੰ ਦੱਸਣਾ ਕਿ ਇਸ ਵਜ੍ਹਾ ਤੋਂ ਫਾਰਮ ਜਿਹੜਾ ਨਾ ਬੰਦ ਹੋਇਆ। 2-2 3-3 ਲੱਖ ਰੁਪਏ ਦੀ ਵੀ ਇੱਕ ਬੱਕਰੀ ਵੇਚੀ। ਬੜਾ ਦੁੱਖ ਲੱਗਾ। ਮੈਂ ਕਿਹਾ ਯਾਰ ਬੰਦੇ ਨੇ ਇੰਨਾ ਪੈਸਾ ਵੀ ਲਾਇਆ, ਇੰਨਾ ਕੁਛ ਕੀਤਾ, ਆਪਣੇ ਨਾਲ ਵੀ ਜ਼ੁਲਮ ਕਰਦੇ ਨੇ ਤੇ ਆਪਣੇ ਜਾਨਵਰਾਂ ਦੇ ਨਾਲ ਵੀ ਜ਼ੁਲਮ ਕਰਦੇ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਭਰਾਓ, ਕੀ ਹਾਲ ਹੈ? ਠੀਕ ਠਾਕ? ਬੜਾ ਦਿਲੀ ਦੁੱਖ ਲੱਗਦਾ ਯਕੀਨ ਜਾਣੋ, ਬੜਾ ਦੁੱਖ ਹੁੰਦਾ ਹੈ, ਬੜੀ ਪਰੇਸ਼ਾਨੀ ਹੁੰਦੀ ਹੈ ਜਦੋਂ ਇੰਜ ਦੇ ਵਾਕਿਆਤ ਇੰਜ ਦੀਆਂ ਖਬਰਾਂ ਸੁਣੀਦਾ ਨਾ, ਤੇ ਬੜਾ ਗੁੱਸਾ ਵੀ ਹੁੰਦਾ ਇਹ ਚੀਜ਼ਾਂ ਵੇਖ ਕੇ। ਲੇਕਿਨ ਇਹ ਕਿ ਅਸੀਂ ਲੋਕ ਤਾਂ ਸਿਰਫ ਜ਼ੁਬਾਨ ਦੀ ਹੱਦ ਤੱਕ ਸਮਝਾਉਣਾ, ਕਿਸੇ ਨਾਲ ਜ਼ੋਰ ਥੋੜਾ ਹੈ। ਪੈਸਾ ਵੀ ਅਗਲੇ ਦਾ, ਮਰਜ਼ੀ ਵੀ ਅਗਲੇ ਦੀ ਹੈ, ਅਸੀਂ ਸਮਝਾ ਹੀ ਸਕਦੇ ਹਾਂ। ਲੇਕਿਨ ਜਦੋਂ ਇਹ ਚੀਜ਼ਾਂ ਵੇਖੀਦਾ ਬੜਾ ਦੁੱਖ ਲੱਗਦਾ ਹੈ ਕਿ ਯਾਰ ਇੰਜ ਦੇ ਲੋਕ ਆਪਣੇ ਨਾਲ ਵੀ ਜ਼ੁਲਮ ਕਰਦੇ ਨੇ ਤੇ ਆਪਣੇ ਜਾਨਵਰਾਂ ਦੇ ਨਾਲ ਵੀ ਜ਼ੁਲਮ ਕਰਦੇ ਨੇ। ਠੀਕ ਹੈ, ਤੇ ਮਤਲਬ ਕਿ ਗੱਲ ਕਰਨੇ ਆ ਅੱਜ ਇੱਕ ਇੰਜ ਦੇ ਫਾਰਮ ਦੀ ਕਿ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਬੰਦ ਹੋਇਆ, ਫਾਰਮ ਪਤਾ ਲੱਗਾ। ਲਿਹਾਜ਼ਾ ਅਗਰ ਤੇ ਭਰਾਓ ਤੁਸੀਂ ਵੀ ਬੱਕਰੀ ਫਾਰਮਿੰਗ ਦਾ ਸ਼ੌਕ ਰੱਖਦੇ ਹੋ ਜਾਂ ਫਿਊਚਰ 'ਚ ਬੱਕਰੀ ਫਾਰਮਿੰਗ ਕਰਨਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਐਂਡ ਤੱਕ ਗੌਰ ਨਾਲ ਵੇਖਿਓ ਔਰ ਸਮਝਿਓ। ਇਹਦੇ 'ਚ ਤੁਹਾਡੇ ਵਾਸਤੇ ਇੱਕ ਬੜਾ ਵੱਡਾ ਸਬਕ ਵੀ ਹੋਏਗਾ ਔਰ ਤੁਹਾਨੂੰ ਬੜੀਆਂ ਚੀਜ਼ਾਂ ਐਸੀਆਂ ਹੋਣਗੀਆਂ ਜਿਹੜੀਆਂ ਸਿੱਖਣ ਨੂੰ ਵੀ ਲੱਭਣਗੀਆਂ। ਔਰ ਅਗਰ ਕਿਸੇ ਚੀਜ਼ ਦੀ ਸਮਝ ਨਾ ਆਏ ਤੇ ਤੁਸੀਂ ਕਮੈਂਟ ਦੇ ਵਿੱਚ ਪੁੱਛ ਵੀ ਸਕਦੇ ਹੋ, ਅਸੀਂ ਜਵਾਬ ਵੀ ਦਾਂਗੇ। ਔਰ ਅਗਰ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਹੁਣ ਵੱਧਦੇ ਆ ਆਪਣੇ ਮੌਜੂ ਦੀ ਤਰਫ ਤੇ ਵਾਕੇ ਦੀ। ਕਿ ਵਾਕਿਆ ਹੈ ਕਿ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੈਨੂੰ ਪਤਾ ਲੱਗਾ ਕਿ ਸਾਡੇ ਇੱਥੇ ਇੱਕ ਫਾਰਮ ਸੀ, ਬੜਾ ਵੱਡਾ ਹਾਈ ਫਾਈ ਪ੍ਰੋਫੈਸ਼ਨਲ ਲੈਵਲ ਦਾ ਫਾਰਮ ਬਣਿਆ ਸੀ। ਜਿਸ ਤਰ੍ਹਾਂ ਕਿ ਕਹਿ ਲਓ ਅੱਜ ਕੱਲ੍ਹ ਨਹੀਂ ਅਪਗ੍ਰੇਡਡ, ਉਹ ਕਹਿ ਲਓ ਕਿ ਆਟੋ ਸਿਸਟਮ ਦੇ ਚੱਲਦੇ ਫਾਰਮ ਨੇ ਜਿਹੜੇ, ਉਸ ਲੈਵਲ ਦਾ ਫਾਰਮ ਬਣਿਆ ਹੋਇਆ ਸੀ। ਉਹ ਪਤਾ ਲੱਗਾ ਜੀ ਫਾਰਮ ਬੰਦ ਹੋ ਗਿਆ। ਮੈਨੂੰ ਬੜਾ ਦੁੱਖ ਲੱਗਾ। ਮੈਂ ਕਿਹਾ ਯਾਰ ਬੰਦੇ ਨੇ ਇੰਨਾ ਪੈਸਾ ਵੀ ਲਾਇਆ, ਇੰਨਾ ਕੁਛ ਕੀਤਾ ਤੇ ਬੰਦ ਨਹੀਂ ਹੋਣਾ ਚਾਹੀਦਾ। ਉਹਦੀ ਵਜ੍ਹਾ ਪਤਾ ਨਹੀਂ ਕੀ ਲੱਗੀ ਹੈ। ਪਤਾ ਲੱਗਾ ਪਤਾ ਕਰਨਾ ਸ਼ੁਰੂ ਕੀਤਾ ਯਾਰ ਕੀ ਵਜ੍ਹਾ। ਕਿਉਂਕਿ ਸਾਰੀ ਗੱਲ ਤੁਹਾਨੂੰ ਪਤਾ ਅਸੀਂ ਵੀ ਇਸ ਸ਼ੌਕ ਨਾਲ ਰੱਖਣ ਵਾਲੇ ਬੰਦੇ ਆ, ਐਸੇ ਸ਼ੋਬੇ ਦੇ ਮੁਨਸਲਿਕ ਹਨ। ਤੇ ਫਿਰ ਦੁੱਖ ਲੱਗਦਾ ਕਿ ਯਾਰ ਇੱਕ ਬੰਦਾ ਅਗਰ ਘਾਟੇ 'ਚ ਜਾਏ, ਉਹਦਾ ਫਾਰਮ ਬੰਦ ਹੋਈ, ਉਹ ਤੇ ਇਸ ਲੈਵਲ ਤੱਕ ਗਿਆ ਕਿ ਫਾਰਮ ਬੰਦ ਨਹੀਂ ਹੋਇਆ। ਅਗਰ ਤੁਸੀਂ ਉਹਨੂੰ ਆਖੋ ਕਿ ਤਬਾਹ ਹੋਇਆ ਤੇ ਵੀ ਕਹਿਣਾ ਦਰੁਸਤ ਉਹਦੇ ਆਉਂਦੇ। ਬੜਾ ਦੁੱਖ ਲੱਗਾ। ਤੇ ਮੈਂ ਚਲੋ ਪਤਾ ਕਰਨੇ ਆ ਕੀ ਪਤਾ ਉਹ ਕੀ ਵਜ੍ਹਾ ਬਣੀ ਹੈ। ਉਹ ਜਦੋਂ ਪਤਾ ਕਰਨਾ ਸ਼ੁਰੂ ਕੀਤਾ ਤੇ ਉਹ ਪਤਾ ਲੱਗਾ ਜੀ ਉਹ ਬੰਦਾ ਆਪੀ, ਉਹਨੂੰ ਕੋਈ ਇਸ ਚੀਜ਼ ਦਾ ਇਲਮ ਨਹੀਂ ਸੀ ਹੈ। ਉਹਨੇ ਸਿਰਫ ਸੋਸ਼ਲ ਮੀਡੀਆ ਤੇ ਵੀਡੀਓ ਵਗੈਰਾ ਵੇਖੀਆਂ ਤੇ ਫਾਰਮ ਸ਼ੁਰੂ ਕੀਤਾ। ਫਾਰਮ ਵੀ ਉਹਨੇ ਸ਼ੁਰੂ ਕਰ ਲਿਆ ਕਿ ਬੜਾ ਹਾਈ ਫਾਈ ਲੈਵਲ ਦਾ ਕੀ ਸੀ। ਵਿਰਾਸਤੀ ਪੈਸਾ ਜਨਾਬ ਉਹਨੂੰ ਮਿਲਿਆ ਸੀ। ਉਹਦੇ ਵਿੱਚ ਉਹਨੇ ਐ ਵੇ ਕਿ ਠੀਕ ਠਾਕ ਪੈਸਾ ਲਾਇਆ। ਪਹਿਲੇ ਤੇ ਉਹਨੇ ਜਨਾਬ ਫਾਰਮ ਬਣਾਇਆ ਨਾ, ਬੜਾ ਵੱਡੇ ਲੈਵਲ ਤੇ ਸ਼ੁਰੂ ਕੀਤਾ ਕੰਮ, ਹਾਈ ਫਾਈ ਲੈਵਲ ਦਾ ਕਹਿ ਲਓ ਕਿ ਕੁਛ ਨਹੀਂ ਤੇ ਉਹਨੇ 25-30 ਲੱਖ ਰੁਪਈਆ ਹਾਲੀ ਫਾਰਮ ਤੇ ਲਾ ਖੜਿਆ। ਫਾਰਮ ਬਣਾ 30-35 ਲੱਖ ਰੁਪਇਆ ਸਾਰਾ ਜਨਾਬ ਜਦੀਦ ਲੈਵਲ ਦਾ। ਉਹਦੇ ਤੋਂ ਬਾਅਦ ਜੀ ਬੱਕਰੀਆਂ ਪਾਣੀਆਂ, ਇਧਰੋਂ ਸੁਣ ਉਧਰੋਂ ਸੁਣ। ਜਿਸ ਤਰ੍ਹਾਂ ਹੁੰਦਾ ਨਾ, ਕਹਿੰਦੇ ਨੇ ਪੈਸੇ ਵਾਲੇ ਲੋਕਾਂ ਨੂੰ ਮਸ਼ਵਰੇ ਦੇਣ ਵਾਲੇ ਬਥੇਰੇ ਹੁੰਦੇ। ਉਹ ਇੰਜੀ ਜਨਾਬ ਉਹਨੂੰ ਲੋਕਾਂ ਦੇ ਮਸ਼ਵਰੇ ਸੱਜੇ ਖੱਬੇ ਸੁਣ ਜਨਾਬ ਉਹਨੇ ਬੜੇ ਹਾਈ ਫਾਈ ਲੈਵਲ ਦੀਆਂ ਬੱਕਰੀਆਂ, ਜੀ ਕਹਿ ਲਓ ਕਿ 2-2 3-3 ਲੱਖ ਰੁਪਏ ਦੀ ਵੀ ਇੱਕ ਬੱਕਰੀ ਵੇਚੀ। ਐਡੀਆਂ ਮਹਿੰਗੀਆਂ ਬੱਕਰੀਆਂ ਜਿਹੜੀਆਂ ਉਹਨੇ ਵਿੱਚ ਲਿਆ ਕੇ ਪਾਈਆਂ। ਖੈਰ ਚੱਲਦਾ ਗਿਆ, ਸ਼ੁਰੂ ਕਰ ਲਿਆ ਨੇ। ਕਹਿ ਲਓ ਕਿ 35-40 ਲੱਖ ਰੁਪਏ ਉੱਥੇ ਲਾ ਖੜਿਆ ਉਹਨੇ। ਕੁਛ ਨਹੀਂ ਤੇ ਕੋਈ 40-50 ਲੱਖ ਰੁਪਏ ਦੀਆਂ ਉਹਨੇ ਬੱਕਰੀਆਂ ਵੀ ਲਿਆ ਕੇ ਵਿੱਚ ਪਾ ਲਈਆਂ। ਸ਼ੁਰੂ ਕਰ ਦਿੱਤਾ। ਹੁਣ ਆਪੀ ਸਾਹਿਬ ਹੋਰੀ ਵਜ੍ਹਾ ਤੁਹਾਨੂੰ ਦੱਸਣਾ ਕਿ ਇਸ ਵਜ੍ਹਾ ਤੋਂ ਫਾਰਮ ਜਿਹੜਾ ਨਾ ਬੰਦ ਹੋਇਆ। ਠੀਕ ਹੈ, ਉਹ ਆਪੀ ਸਾਹਿਬ ਹੋਰਾਂ ਨੂੰ ਇਸ ਚੀਜ਼ ਦਾ ਤਜਰਬਾ ਕੋਈ ਨਹੀਂ ਸੀ ਹੈ। ਬਾਹਰੋਂ ਜਨਾਬ ਜਿਹਨੇ ਕਿਸੇ ਪੁੱਛਣਾ ਕੀ ਕਰ ਰਹੇ ਹੋ ਜੀ, ਬੱਕਰੀ ਫਾਰਮਿੰਗ ਕਰ ਰਹੇ ਆ। ਲੋਕਾਂ ਦੀਆਂ ਝੂਠੀਆਂ ਤਾਰੀਫਾਂ ਸੁਣ ਮੈਂਟਲੀ ਤੌਰ ਤੇ ਬੜਾ ਸੈਟੀਸਫਾਈ ਹੋਣਾ, ਮੈਂ ਕੰਮ ਕਰ ਰਿਹਾ। ਤਰਤੀਬ ਕੀ ਸੀ ਉਹਨਾਂ ਦੀ ਸਾਹਿਬ ਹੋਰਾਂ ਦੀ ਕਿ ਸਵੇਰੇ ਜਨਾਬ ਜਿੰਜ ਅੱਜ ਕੱਲ ਹੁੰਦਾ ਹੈ ਕਿ 12-1 ਵਜੇ ਉੱਠਣਾ, ਸਲਫ ਮਾਰਨਾ, ਨਹਾਣਾ ਧੋਣਾ, ਗੱਡੀ ਤੇ ਫਾਰਮ ਤੇ ਜਾ ਰਹੇ ਆ। ਉੱਥੇ ਜਾ ਕੇ ਏਸੀ ਵਾਲੇ ਦਫ਼ਤਰ 'ਚ ਬਹਿ ਗਏ ਨੇ ਜਨਾਬ ਹੋਰੀ। 2-3 ਘੰਟੇ ਟਾਈਮ ਦਿੱਤਾ, ਵਾਪਸ ਆ ਗਏ। ਕੋਈ ਪਤਾ ਨਹੀਂ ਅੱਗੇ ਲੇਬਰ ਕੀ ਕਰ ਰਹੀ ਹੈ, ਸਾਡੇ ਜਾਨਵਰ ਕਿਸ ਪੋਜੀਸ਼ਨ 'ਚ ਜਾ ਰਹੇ ਨੇ, ਕੋਈ ਚੱਕਰ ਹੀ ਨਹੀਂ। ਉਹ ਕਰਦਿਆਂ ਦਿਨ ਗੁਜ਼ਰਦੇ ਗਏ। ਜੇ ਕਿਤੇ ਬਾਹਰ ਲੰਘਦਿਆਂ ਵੇਖੇ ਨੇ ਜਾਨਵਰ, ਦੂਰੋਂ ਹੀ ਕਾਰ ਦਾ ਸ਼ੀਸ਼ਾ ਥੱਲੇ ਕੀਤਾ, ਦੂਰੋਂ ਲੰਘਦਿਆਂ ਵੇਖ ਲਿਆ ਜਾ ਰਹੇ ਨੇ। ਹਾਂ ਠੀਕ ਹੈ, ਕਰੋ ਜੀ, ਚਲੋ ਠੀਕ ਹੈ ਜਨਾਬ। ਐਨੇ ਹੱਦ ਤੱਕ ਮਾਲਕ ਸੀ ਬੰਦਾ। ਠੀਕ ਹੈ, ਉਹਨੇ ਜਨਾਬ ਤੋਜੋ ਹੀ ਨਹੀਂ ਕੀਤੀ ਜਾਨਵਰਾਂ ਵਾਲਾ। ਦਿਨ ਗੁਜ਼ਰਦੇ ਗਏ, ਜਾਨਵਰ ਸੂਏ। ਪਹਿਲਾ ਸੂਆ ਜਾਨਵਰਾਂ ਨੇ ਸੋਇਆ। ਜਾਨਵਰ ਸੂਏ ਤੇ ਸਹੀ, ਪਰ ਜਾਨਵਰਾਂ ਦੀ ਹੁਣ ਮੈਂ ਇਹ ਗੱਲ ਨਹੀਂ ਆਖਾਂਗਾ ਕਿ ਲੇਬਰ ਸਾਂਭਦੀ ਨਹੀਂ। ਲੇਬਰ ਜਾਨਵਰ ਸਾਂਭਦੀ,
ਲੇਕਿਨ ਜਿੰਨੀ ਦੇਰ ਤੱਕ ਤੁਸੀਂ ਖੁਦ ਐਜ਼ ਆ ਲੇਬਰ ਬਣ ਕੇ ਤੁਸੀਂ ਆਪਣੇ ਵਾੜੇ 'ਚ ਨਹੀਂ ਉਤਰੋਗੇ, ਤੁਹਾਡਾ ਫਾਰਮ ਕਦੇ ਵੀ ਕਾਮਯਾਬ ਨਹੀਂ ਹੋਏਗਾ। ਉਹ ਜਨਾਬ ਬੱਚੇ ਹੋਏ, ਉਹ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਮਿੱਥ, ਬੱਕਰੀ ਫਾਰਮਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੁਨਾਫੇ ਵਾਲਾ ਕੰਮ ਹੈ ਨਾ, ਜਿਹੜਾ ਮੇਨ ਮੋਟਿਵ ਹੈ, ਮੇਨ ਚੀਜ਼ ਹੈ ਬੱਕਰੀ ਫਾਰਮਿੰਗ ਦੀ ਕਾਮਯਾਬੀ ਦੀ, ਉਹ ਬੱਚੇ ਨੇ। ਅਗਰ ਤੇ ਤੁਸੀਂ ਬੱਚੇ ਪਾਲ ਗਏ ਹੋ ਫਿਰ ਤੇ ਤੁਸੀਂ ਕਾਮਯਾਬ ਹੋ, ਤੇ ਬੱਚਿਆਂ ਦੇ ਸਿਰ ਤੇ ਹੀ ਫਾਰਮ ਤੁਰਦਾ। ਉਹਦੇ ਖੈਰ ਜਨਾਬ ਬੱਚੇ ਹੋਏ, ਬੱਚੇ ਅੱਲਾ ਜਾਣਦਾ ਕੀ ਹੋਇਆ, ਕੋ ਸਾਂਭੇ ਨਹੀਂ ਗਏ, ਬੱਚੇ ਮਰ ਗਏ ਕਾਫੀ ਸਾਰੇ ਵਿੱਚ, ਕਾਫੀ ਇਹਦੇ ਉਹ ਜਰ ਗਿਆ, ਉਹਨੂੰ ਪਤਾ ਲੱਗਾ ਜਾਂਦਾ ਕੋਈ ਗੱਲ ਨਹੀਂ ਪਹਿਲੀ ਵਾਰ ਸੀ, ਅੱਗੋਂ ਤਜਰਬਾ ਬਣ ਜਾਏਗਾ। ਉਦੋਂ ਕੁਦਰਤ ਵੱਲੋਂ ਉਹਨੇ ਲੇਬਰ ਵੀ ਉਂਝ ਦੀ ਰੱਖੀ ਸੀਗੇ, ਲੇਬਰ ਨੂੰ ਵੀ ਜਿਹਨੂੰ ਬੱਕਰੀ ਫਾਰਮਿੰਗ ਦਾ ਤਜਰਬਾ ਹੀ ਕੋਈ ਨਹੀਂ ਸੀ ਹੈ, ਠੀਕ ਹੈ, ਕਿ ਉਹ ਵੀ ਇੰਝ ਹੀ ਬਸ ਮੁੰਡੇ ਛੁੰਡੇ ਇਕੱਠੇ ਕੀਤੇ ਸਨ, ਕੋਈ ਕੰਮ ਕਰ ਰਿਹਾ, ਕੋਈ ਕਰ ਰਿਹਾ, ਉਹਨਾਂ ਖਾਣ ਪੀਣ ਦੇ ਚੱਕਰ 'ਚ ਜਨਾਬ ਬੈਠੇ ਇੱਥੇ ਜੈਸ਼ੀ ਕਰ ਛੱਡਣੀ, ਫਾਰਮ ਤੇ ਸਾਰੀ ਗੱਲ ਤਬਾਹ ਹੋਣਾ ਹੀ ਸੀ। ਖੈਰ ਕਰਦਿਆਂ ਦੂਸਰਾ ਟਾਈਮ ਆ ਗਿਆ, ਦੂਸਰੀ ਦਫਾ ਬੱਕਰੀਆਂ ਸੂਈਆਂ, ਲੇਕਿਨ ਜਿੱਦੋਂ ਦੂਸਰੀ ਦਫਾ ਬੱਕਰੀਆਂ ਸੂਈਆਂ ਉਦੋਂ ਤੱਕ ਕੀ ਹੋਇਆ ਕਿ ਵਿੱਚੋਂ ਕੁਝ ਬੱਕਰੀਆਂ ਵੀ ਮੋਰਟੈਲਿਟੀ ਦਾ ਸ਼ਿਕਾਰ ਹੋ ਗਈਆਂ, ਮਰ ਗਈਆਂ, ਬੱਕਰੀਆਂ ਵੀ ਘਟ ਗਈਆਂ। ਦੂਸਰੀ ਦਫਾ ਫੇਰ ਉਹੀ ਰਿਪੀਟ ਹੋ ਗਿਆ ਕੰਮ, ਸੂਈਆਂ ਬੱਕਰੀਆਂ ਜਨਾਬ ਤੇ ਜਾ ਨਹੀਂ ਬਚੇ। ਕਰਦਿਆਂ ਇਹ ਲੈਵਲ ਆ ਗਿਆ ਕਿ ਉਹ 1.5 ਪੌਣੇ 2 ਸਾਲ ਵੀ ਉਹ ਫਾਰਮ ਜਿਹੜਾ ਮੁਕੰਮਲ ਨਹੀਂ ਚੱਲ ਸਕਿਆ, ਔਰ ਇੰਜ ਦੀ ਨੌਬਤ ਆ ਗਈ ਕਿ ਉਹਨੂੰ ਫਾਰਮ ਵੇਚਣਾ ਪੈ ਗਿਆ। ਮਕਸਦ ਇਹ ਵੇ ਕਿ ਹੁਣ ਉਹਦੇ ਵਿੱਚ ਵੇਖੋ ਲਾਸ ਉਹਦਾ ਕਿੰਨਾ ਹੈ ਕਿ 40 ਤੋਂ 50 ਲੱਖ ਰੁਪਏ ਦੀਆਂ ਉਹਨੇ ਬੱਕਰੀਆਂ ਲਈਆਂ। ਜਿਸ ਟਾਈਮ ਬੱਕਰੀਆਂ ਦਾ ਮੁੱਲ ਪੈਣਾ ਸ਼ੁਰੂ ਹੋਇਆ, ਵੇਖਿਆ ਜਾ ਕੇ ਪਤਾ ਲੱਗਾ ਜੀ ਬੱਕਰੀਆਂ ਇੰਜ ਹੱਡੀਆਂ ਦੀਆਂ ਮੋਠਾਂ ਬੱਕਰੀਆਂ ਬਣੀਆਂ ਸਨ, ਨਾ ਉਹਨਾਂ ਦੇ ਥੱਲੇ ਕੋਈ ਦੁੱਧ, ਹਾਂ ਨਸਲਾਂ ਬੜੀਆਂ ਕਮਾਲ ਦੀਆਂ ਸਨ, ਨਸਲਾਂ 'ਚ ਕੋਈ ਸ਼ੱਕ ਨਹੀਂ, ਲੇਕਿਨ ਸਾਂਭ ਹੱਥੂ ਜਨਾਬ ਬੱਕਰੀਆਂ ਬੁੱਲ ਰਹਿ ਗਈ ਦੀਆਂ ਹਨ। ਉਹਨਾਂ ਦਾ ਜਿਹੜੀਆਂ 35-40 ਲੱਖ ਰੁਪਏ ਦੀਆਂ ਉਹਨੇ ਬੱਕਰੀਆਂ ਲਾਈਆਂ ਹਨ, ਉਹਨਾਂ ਦਾ ਕੋਈ 10 ਲੱਖ ਵੀ ਮੁੱਲ ਨਹੀਂ ਸੀ ਭਰਦਾ ਪਿਆ, ਠੀਕ ਹੈ। ਜੇ ਕਸਾਈ ਨੂੰ ਬੁਲਾਉਣ ਤੇ ਕਸਾਈ ਤੇ ਸਾਰੀ ਗੱਲ ਤੁਹਾਨੂੰ ਪਤਾ, ਕਸਾਈ ਗੋਸ਼ਤ ਦੇ ਪੈਸੇ ਦਿੰਦਾ, ਗੋਸ਼ਤ ਤੇ ਉਹਨਾਂ ਦੇ ਪੱਲੇ ਹੈ ਕੁਛ ਨਹੀਂ ਸੀ। ਐਰ ਗੱਲ ਅਗਰ ਕਰਦਿਆਂ ਨੇ ਵਾਵਾ ਸਾਰਾ ਘਾਟਾ ਖਾ ਲਿਆ। ਹੁਣ ਇਹਦੇ ਵਿੱਚ ਵੀਰੋ ਗੱਲ ਹੈ ਵੇ, ਸਬਕ ਕੀ ਲੱਭਦਾ ਹੈ ਕਿ ਵੇਖੋ, ਅਗਰ ਤੁਸੀਂ ਕਾਰੋਬਾਰ ਕਰਨਾ ਹੈ, ਇੱਕ ਘਿਓ ਦੀ ਮਿਲ ਏ ਜਾਂ ਕੋਈ ਸ਼ੂਗਰ ਮਿਲ ਏ, ਕੱਪੜੇ ਦੀ ਮਿਲ ਏ, ਹਟਾ ਕੇ ਤੁਸੀਂ ਬਾਜ਼ਾਰ ਮਾਰਕੀਟ ਦੇ ਵਿੱਚ ਕੋਈ ਵੱਡਾ ਸਟੋਰ ਵੀ ਪਾਣਾ, ਉਹ ਵੀ ਤੁਸੀਂ ਮੈਨੇਜਮੈਂਟ ਦੇ ਨਾਲ ਆਟੋ ਸਿਸਟਮ ਤੇ ਲੇਬਰ ਰੱਖ ਕੇ, ਮੈਨੇਜਰ ਰੱਖ ਕੇ ਚਲਾ ਸਕਦੇ ਹੋ। ਲੇਕਿਨ ਫਾਰਮਿੰਗ ਇੰਜ ਦਾ ਕੰਮ ਹੈ ਕਿ ਇਹ ਤੁਸੀਂ ਟੀਮ ਦੇ ਸਿਰ ਤੇ ਹਰਗਿਜ਼ ਨਹੀਂ ਸੁੱਟ ਸਕਦੇ, ਜਿੰਨੀ ਦੇਰ ਤੱਕ ਤੁਸੀਂ ਖੁਦ ਫੀਲਡ 'ਚ ਨਹੀਂ ਉਤਰਦੇ, ਆਪਣੇ ਬਾਜ਼ੂ ਟੋਂਗ ਕੇ ਆਪਣੇ ਵਾੜੇ 'ਚ ਨਹੀਂ ਵੜਦੇ, ਜਿੰਨੀ ਦੇਰ ਤੱਕ ਤੁਹਾਡੇ ਜਾਨਵਰਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਮਾਲਕ ਹੈ, ਸਾਈਂ ਹੈ ਸਾਡਾ, ਔਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡੇ ਜਾਨਵਰ ਕਿਸ ਪੋਜੀਸ਼ਨ 'ਚ ਨੇ, ਕਿਹੜਾ ਜਾਨਵਰ ਇਸ ਟਾਈਮ ਕਿਸ ਹਾਲਤ 'ਚ ਵੀ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਉਨੀ ਦੇਰ ਤੱਕ ਤੁਸੀਂ ਫਾਰਮਿੰਗ 'ਚ ਕਾਮਯਾਬ ਨਹੀਂ ਹੋ ਸਕਦੇ। ਇਹ ਕਨਫਰਮ ਲਿਖ ਕੇ ਲੈ ਲਓ। ਇਹਦੇ ਨਾਲ ਹੀ ਮਕਸਦ ਹੈ ਵੇ ਕਿ ਤੁਸੀਂ ਅਗਰ ਫਾਰਮਿੰਗ ਕਰਨੀ ਹੈ ਤੇ ਆਪੀ ਤੁਹਾਨੂੰ ਐਜ਼ ਆ ਮਜ਼ਦੂਰ ਉਤਰਨਾ ਪੈਣਾ ਫੀਲਡ 'ਚ, ਇਹਦੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਸ ਚੀਜ਼ ਨੂੰ ਪੱਲੇ ਬੰਨ ਲਓ। ਲਿਹਾਜ਼ਾ ਅਗਰ ਕਿਸੇ ਭਰਾ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਈ ਤਾਂ ਕਮੈਂਟ 'ਚ ਪੁੱਛ ਲਿਓ। ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਓ, ਔਰ ਇਨਸ਼ਾਅੱਲਾ ਮਿਲਾਂਗੇ ਤੁਹਾਨੂੰ ਇੱਕ ਨਵੇਂ ਮੌਜੂ ਦੇ ਨਾਲ। ਉਦੋਂ ਤੱਕ ਅੱਲਾ ਹਾਫਿਜ਼।